ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਵਾਹਿਗੁਰੂ ਦੇਹ ਸਿਵਾ ਬਰ ਮੋਹਿ ਹੈ, शुभ कर मन ते कबहू न डरो, ना डरो और सो जब जाए लरो, निश्चय कर अपनी जीत करो। गगन दमामा बाजियो पर्यो निशाने काओ, खेत जो मांडियो सूरमा, अब जूजन को दाओ, सूरा सो पहचानिया जो लर दीन के हेत, पुरजा पुरजा कट मर, कबहू ना छाड़ खेत, ना हाँ जति सती नहीं पड़या, मूर्ख मुगदा जन्म भया, प्रणवत नानक दिन की सरणा, जिन तो नाही विसरया। जुगो जुग टल चवर छतर तख्त दे मालक सतगुरु धन गुरु ग्रंथ साहिब जी महाराज जी दी अपार बख्शिश रहमत सदका सचखंड वासी ब्रह्म ज्ञानी महापुरख संत बाबा करतार सिंह जी भैरू माजरे वाले उन्हां दे यादगारी पावन स्थान गुरुद्वारा शीश महल साहिब विखे सत्कारयोग महापुरुष संत बाबा कुलजीत सिंह जी मुख सेवादार गुरुद्वारा शीश महल साहिब उन्हां दे उद्यम उपराले सदका संगतां दे सहयोग दे नाल जो हर महीने दूजे शनिवार गुरमत समागम हुंदे ने, समागमां नूं मुख रख के परसों रोज तो लैकर के तुर की बाणी आई, तिन सगली चिंत मिटाई, जिदे श्री अखंड पाठ साहिब प्रारंभ होए सन। सत्कारयोग माता गुजर कौर चार साहिबजादे साखा चमकौर साहिब दे समुचे शहीदां दी निੱਘੀ मिठी याद ਨੂੰ ਮਨਾਉਂਦਿਆਂ ਹੋਇਆ ਗੁਰਮਤਿ ਸਮਾਗਮਾਂ ਦਾ ਪ੍ਰਯੋਜਨ ਕੀਤਾ ਗਿਆ ਹੈ। ਭੋਗ ਤੋਂ ਉਪਰੰਤ ਕਲਯੁਗ में है कीर्तन प्रधाना
ਗੁਰਮੁਖ ਜਪੀਏ ਲਾਇ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰਬਾਣੀ ਦੇ ਕੀਰਤਨ ਹੋਏ ਨੇ। ਆਓ ਕੁਝ ਸਮਾਂ ਆਪਾਂ ਸਾਰੇ ਹੀ ਰਲ ਮਿਲ ਕੇ ਗੁਰਮਤਿ ਦੀ ਵਿਚਾਰ, ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਦੇ ਵਾਸੀ, ਇੱਕ ਆਜ਼ਾਦ ਖਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਚ ਵਸਾਇਆ ਹੈ। ਜਿੱਥੇ ਆਪਣੀ ਫੌਜ ਹੈ, ਆਪਣੇ ਘੋੜੇ ਨੇ, ਰੱਥ ਨੇ, ਆਪਣਾ ਨਿਗਾਰਾ ਹੈ, ਆਪਣਾ ਪੰਥ ਹੈ। ਪੰਥ ਤੇ ਗੁਰੂ ਨਾਨਕ ਸਾਹਿਬ ਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਗਟ ਕੀਤਾ ਸੀ। ਭਾਈ ਗੁਰਦਾਸ ਜੀ ਲਿਖਦੇ ਨੇ, ਮਾਰਿਆ ਸਿੱਖਾਂ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਵੀ ਖਾਲਸ ਨੂੰ ਹੀ ਕਹਿੰਦੇ ਨੇ। ਉਸ ਨਿਰਮਲ ਪੰਥ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ, ਸ਼ਸਤਰ ਦਿੱਤਾ, ਦਸਤਾਰ ਦਿੱਤੀ। ਕਿਉਂਕਿ ਹਿੰਦੁਸਤਾਨ ਦਾ ਜਿਹੜਾ ਸਾਮਰਾਜ ਸੀ, ਇਹਦੇ ਤੇ ਮੁਗਲ ਸਲਤਨਤ ਦਾ ਕਬਜ਼ਾ ਸੀ। ਇਤਿਹਾਸ ਨੂੰ ਤੁਸੀਂ ਜਾਣਦੇ ਹੋ, ਬਾਬੇ ਕੇ ਤੇ ਬਾਬਰ ਕੇ ਨਾਲ ਨਾਲ ਚੱਲੇ ਨੇ। 1526 ਈਸਵੀ ਦੇ ਵਿੱਚ ਬਾਬਰ ਹਿੰਦੁਸਤਾਨ ਤੇ ਆਉਂਦਾ ਹੈ ਤੇ ਉਹ ਦਿੱਲੀ ਸਲਤਨਤ ਦੇ ਸਿਕੰਦਰ ਇਬਰਾਹਿਮ ਖਾਂ ਲੋਧੀ ਨੂੰ ਹਰਾ ਕੇ ਹਿੰਦੁਸਤਾਨ ਦੇ ਤਖਤ ਦਾ ਮਾਲਕ ਬਣ ਜਾਂਦਾ। ਅਫਗਾਨਿਸਤਾਨ ਤੋਂ ਆਉਂਦਾ ਹੈ। ਦਿੱਲੀ ਸਲਤਨਤ ਦਾ ਰਾਜ ਖਤਮ ਹੁੰਦਾ ਹੈ ਤੇ ਹਿੰਦੁਸਤਾਨ ਤੇ ਮੁਗਲ ਸਲਤਨਤ ਦਾ ਰਾਜ ਆਰੰਭ ਹੋ ਜਾਂਦਾ ਹੈ। ਜਿਹਦੇ ਪ੍ਰਥਾਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਵੀ ਬਖਸ਼ਿਸ਼ ਕਰਤੇ ਨੇ। ਆਵਣ 78 ਜਾਣ 97, ਕੋਈ ਹੋਰ ਵੀ ਉੜਸੀ ਮਰਦ ਕਾ ਚੇਲਾ। ਸੱਚ ਸੁਣਾਈ ਸੀ ਸੱਚ ਕੀ ਬੇਲਾ। ਉਹ ਹਜ਼ੂਰ ਨੇ ਪਹਿਲੇ ਫਰਮਾਨ ਕਰ ਦਿੱਤਾ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਇਹ ਹਜ਼ੂਰ ਦਾ ਬਚਨ ਸੀ, ਉਹ ਪੂਰਾ ਵੀ ਹੋਇਆ। ਹਿੰਦੁਸਤਾਨ ਦੇ ਸਾਮਰਾਜ ਤੇ ਬਾਬਰਕਿਆਂ ਦਾ ਕਬਜ਼ਾ ਹੋਇਆ ਹੈ। ਬਾਬਰ ਕੇ ਤੇ ਬਾਬੇ ਕੇ ਨਾਲ ਨਾਲ ਚੱਲੇ ਨੇ। ਆਖਰੀ ਸਮਰਾਟ ਹਿੰਦੁਸਤਾਨ ਦਾ ਬਾਦਸ਼ਾਹ ਫਰਖਸੀਰ ਹੋਇਆ ਹੈ। ਉਹਦੇ ਤੋਂ ਬਾਅਦ ਹਿੰਦੁਸਤਾਨ ਦੇ ਵਿੱਚੋਂ ਮੁਗਲ ਸਲਤਨਤ ਦਾ ਸਾਮਰਾਜ ਖਤਮ ਹੋ ਗਿਆ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦੇ ਖਿੱਤੇ ਦੇ ਵਸਨੀਕ ਨੇ। ਜ਼ਮੀਨ ਗੁਰੂ ਤੇਗ ਬਹਾਦਰ ਮਹਾਰਾਜ ਨੇ
ਭੀਮ ਚੰਦ ਦੇ ਪਿਓ ਕੋ ਪਹਾੜੀ ਰਾਜੇ ਨੇ, ਹਿੰਦੂ ਰਾਜੇ ਨੇ ਪੈਸੇ ਦੇ ਕੇ ਜ਼ਮੀਨ ਖਰੀਦ ਕੇ ਖੇਤਾ ਵਸਾਇਆ ਹੋਇਆ ਹੈ। ਫੌਜਾਂ ਨੇ, ਨਗਾਰੇ ਨੇ, ਕਲਗੀਧਰ ਨੇ ਖੰਡੇ ਬਾਟੇ ਦੀ ਪੌਲ ਸਿੱਖਾਂ ਨੂੰ ਦਿੱਤੀ। ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਦੱਬੇ ਕੁਚਲੇ ਲੋਕਾਂ ਨੂੰ, ਜਿਨ੍ਹਾਂ ਨੂੰ ਜਾਤ ਦੇ ਬਿਮਾਨੀਆਂ ਨੇ ਸਮਾਜ ਵਿੱਚੋਂ ਛਿੜਕ ਕੇ ਰੱਖਿਆ ਸੀ, ਉਹਨਾਂ ਲੋਕਾਂ ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਆਪਣੇ ਗਲੇ ਦੇ ਨਾਲ ਲਾਇਆ ਹੈ। ਇਹ ਗੱਲ ਪਹਾੜੀ ਰਾਜੇ ਸਹਿਣ ਨਹੀਂ ਸੀ ਕਰ ਸਕਦੇ। ਹੌਲੀ ਹੌਲੀ ਨਿੱਕੀਆਂ ਮੋਟੀਆਂ ਤਕਰੀਰਾਂ, ਲੜਾਈਆਂ, ਭੰਗਾਣੀ ਦਾ ਯੁੱਧ, ਬਸਾਲੀ ਦਾ ਯੁੱਧ, ਕਈ ਛੋਟੇ ਮੋਟੇ ਯੁੱਧ ਇਹਨਾਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੜੇ। ਇਹ ਉਹ ਪਹਾੜੀ ਰਾਜੇ ਸਨ ਜਿਨ੍ਹਾਂ ਦੇ ਵਡੇਰਿਆਂ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ ਆਜ਼ਾਦ ਕਰਵਾਇਆ ਸੀ। ਪਰ ਇਹ ਲੋਕ ਸਤਿਗੁਰਾਂ ਦਾ ਪਰਉਪਕਾਰ ਭੁੱਲ ਚੁੱਕੇ ਸਨ ਕਿ ਗੁਰੂ ਨਾਨਕ ਦੀ ਗੰਦੀ ਨੇ ਸਾਡੇ ਤੇ ਏਡਾ ਵੱਡਾ ਪਰਉਪਕਾਰ ਕੀਤਾ ਹੈ। ਸਾਡੇ ਦਾਦਿਆਂ ਪੜਦਾਦਿਆਂ ਨੂੰ, ਜਿਨ੍ਹਾਂ ਨੂੰ ਜਹਾਂਗੀਰ ਨੇ ਰਾਜ ਸੀ ਕੈਦੀ ਬਣਾਇਆ ਹੋਇਆ ਸੀ, ਉਹਨਾਂ ਨੂੰ ਛੁਡਵਾਇਆ ਹੈ। ਔਰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਹੀ ਸ਼ਿਕਾਇਤਾਂ ਲਾਹੌਰ ਦਰਬਾਰ ਨੂੰ ਭੇਜਦੇ ਰਹੇ। ਕਈ ਵਾਰੀ ਲਾਹੌਰ ਤੋਂ ਵੀ ਫੌਜਾਂ ਚੜ੍ਹ ਕੇ ਆਉਂਦੀਆਂ ਰਹੀਆਂ। ਫਿਰ ਹੌਲੀ ਹੌਲੀ ਦਿੱਲੀ ਦਰਬਾਰ ਤੱਕ ਇਹਨਾਂ ਨੇ ਪਹੁੰਚ ਕੀਤੀ ਹੈ। ਫਿਰ ਸੂਬਾ ਸਰਹੰਦ ਵਜੀਦ ਖਾਂ ਸ਼ਾਹੀ ਫੌਜਾਂ ਲੈ ਕੇ ਅੱਸੂ ਬਿਕਰਮੀ ਸੰਮਤ 1559 ਈਸਵੀ ਬਿਕਰਮੀ 59 ਬਿਕਰਮੀ ਸੰਮਤ ਨੂੰ ਅਨੰਦਪੁਰ ਸਾਹਿਬ ਪਹੁੰਚਿਆ ਹੈ। ਅਨੰਦਪੁਰ ਸਾਹਿਬ ਨੂੰ ਸ਼ਾਹੀ ਫੌਜ ਨੇ ਘੇਰਾ ਪਾ ਲਿਆ ਹੈ। ਨਾਲ ਪਹਾੜੀ ਰਾਜਿਆਂ ਦੀਆਂ ਫੌਜਾਂ ਰਲੀਆਂ ਹੋਈਆਂ ਨੇ। ਕਈ ਮਹੀਨਿਆਂ ਤੱਕ ਲੰਬਾ ਘੇਰਾ ਪਾ ਕੇ ਰੱਖਿਆ ਹੈ। ਔਰ ਹੌਲੀ ਹੌਲੀ ਵਿੱਚ ਛੋਟੀਆਂ ਮੋਟੀਆਂ ਝੜਪਾਂ ਵੀ ਸਿੰਘਾਂ ਨਾਲ ਹੁੰਦੀਆਂ ਰਹੀਆਂ। ਵਾਰ-ਵਾਰ ਮੂੰਹ ਦੀ ਖਾਣੀ ਪੈਂਦੀ ਰਹੀ। ਬਾਹਰੋਂ ਜਿਹੜਾ ਰਸਤਾ ਪਾਣੀ ਜਾਂਦਾ ਸੀ ਉਹ ਵੀ ਬੰਦ ਕਰ ਦਿੱਤਾ, ਪਾਣੀ ਵੀ ਬੰਦ ਕਰ ਦਿੱਤਾ। ਜਿਹੜਾ ਸਤਲੁਜ ਦਰਿਆ ਤੋਂ ਅੰਦਰ ਨੂੰ ਜਾਂਦਾ ਸੀ ਅਨੰਦਪੁਰ ਸਾਹਿਬ ਨੂੰ, ਹਰ ਪੱਖ ਤੋਂ ਤੰਗੀ ਦੇਣੀ ਸ਼ੁਰੂ ਕਰ ਦਿੱਤੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅਨੰਦਪੁਰ ਨੂੰ ਸਾਹਿਬ ਨੂੰ ਛੱਡ ਕੇ ਚਲੇ ਜਾਣ। ਜਦੋਂ ਸਾਰੇ ਹਥਿਆਰ ਵਰਤ ਕੇ ਵੇਖ ਲਏ, ਫਿਰ ਅਖੀਰ ਇਹਨਾਂ ਲੋਕਾਂ ਨੇ ਧਰਮ ਦੀਆਂ ਕਸਮਾਂ, ਈਮਾਨ ਦੀਆਂ ਕਸਮਾਂ ਚੁੱਕੀਆਂ ਨੇ। ਆਟੇ ਦੀਆਂ ਗਊਆਂ ਬਣਾ ਕੇ ਧਰਮ ਦੇ ਚਿੰਨ੍ਹ ਕਿਲ੍ਹਾ ਆਨੰਦਗੜ੍ਹ ਦੇ ਦਰਵਾਜ਼ੇ ਦੇ ਅੱਗੇ ਰੱਖ ਦਿੱਤੇ। ਅਸੀਂ ਕਸਮਾਂ ਖਾਂਦੇ ਹਾਂ ਆਪਣੇ ਧਰਮ ਦੇ ਚਿੰਨ੍ਹਾਂ ਦੀਆਂ। ਤੁਸੀਂ ਇੱਕ ਵਾਰ ਆਨੰਦਪੁਰ ਸਾਹਿਬ ਛੱਡ ਜਾਓ, ਸਾਡੀ ਪੱਤ ਰਹਿ ਜਾਵੇਗੀ, ਸਾਡੀ ਇੱਜ਼ਤ ਬਚ ਜਾਵੇਗੀ, ਤੁਸੀਂ ਫਿਰ ਆ ਜਾਣਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਵੀ ਇਹਨਾਂ ਦੀਆਂ ਕਸਮਾਂ ਤੇ
ਵਿਸ਼ਵਾਸ ਨਹੀਂ ਹੈ। ਫਿਰ ਵੀ ਮਾਤਾ ਗੁਜਰ ਕੌਰ ਸਿੰਘਾਂ ਦੇ ਕਹਿਣ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਛੱਡਣਾ ਕੀਤਾ ਹੈ। 5 ਪੋਹ ਦੀ ਰਾਤ, ਦਰਮਿਆਨੀ ਰਾਤ ਹੈ। ਹਜੂਰ ਸਾਰਾ ਪਰਿਵਾਰ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਜਾਂਦੇ ਨੇ। ਅਜੇ ਕੀਰਤਪੁਰ ਨਹੀਂ ਪਹੁੰਚੇ, ਪਿੱਛੇ ਫੌਜ ਚੜ੍ਹ ਆਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਸੀ, ਸਿੰਘੋ ਮੈਂ ਤੁਹਾਨੂੰ ਆਖਿਆ ਸੀ ਨਾ, ਇਹਨਾਂ ਦਾ ਇਤਬਾਰ ਨਹੀਂ ਕਰਨਾ, ਇਹਨਾਂ ਦੀਆਂ ਕਸਮਾਂ ਨੂੰ ਨਹੀਂ ਮੰਨਣਾ। ਧਰਮ ਦੀਆਂ ਕਸਮਾਂ ਚੁੱਕ ਕੇ ਲੋਕ ਮੁੱਕਰ ਗਏ ਨੇ। ਸਭ ਤੋਂ ਵੱਡੀ ਗੱਲ ਬੰਦੇ ਵਾਸਤੇ ਧਰਮ ਹੁੰਦਾ ਹੈ। ਕੋਈ ਬੰਦਾ ਆਪਣੇ ਆਪ ਨੂੰ ਸੱਚਾ ਪੇਸ਼ ਕਰਨ ਵਾਸਤੇ ਧਰਮ ਦੀ ਕਸਮ ਲੈਂਦਾ, ਮੈਨੂੰ ਧਰਮ ਦੀ ਸਹੁੰ ਹੈ, ਪਰ ਧਰਮ ਦੀਆਂ ਕਸਮਾਂ ਲੈ ਕੇ, ਧਰਮ ਦੀਆਂ ਸਹੁੰਆਂ ਚੁੱਕ ਕੇ ਮੁੱਕਰ ਜਾਣਾ ਮਰਨ ਨਾਲੋਂ ਵੀ ਭੈੜੀ ਗੱਲ ਹੈ। ਆਪਣੇ ਜ਼ਮੀਰਾਂ ਨੂੰ ਮਾਰ ਕੇ ਇਹਨਾਂ ਲੋਕਾਂ ਨੇ ਧਰਮ ਨੂੰ ਵਗਾ ਕੇ ਮਾਰਿਆ ਤੇ ਪਿੱਛੇ ਹਮਲਾ ਕਰ ਦਿੱਤਾ ਹੈ। ਕੀਰਤਪੁਰ ਸਾਹਿਬ ਦੇ ਨੇੜੇ ਜੰਗ ਹੋਇਆ, ਚੱਲਦਾ ਚਲਾਉਂਦਾ ਸਮਾਂ ਵੀ ਇੰਨਾ ਭਿਆਨਕ ਸੀ ਕਿ ਬਾਰਿਸ਼ ਬੜੀ ਜ਼ਿਆਦਾ ਹੋ ਰਹੀ ਸੀ, ਮੀਂਹ ਵੀ ਬੜਾ ਜ਼ੋਰਾਂ ਦਾ ਪੈ ਰਿਹਾ ਸੀ। ਰਸਤੇ 'ਚ ਇੱਕ ਨਾਲਾ ਆਉਂਦਾ ਸੀ, ਬਰਸਾਤੀ ਸਰਸਾ ਨਾਲਾ। ਉਸ ਨਾਲੇ ਦੇ ਕੰਢੇ ਤੇ ਸਾਰਾ ਹਜੂਰ ਦਾ ਪਰਿਵਾਰ ਖੜਾ ਹੋਇਆ ਹੈ। ਅੰਮ੍ਰਿਤ ਵੇਲਾ ਹੋ ਚੁੱਕਿਆ ਹੈ। ਆਸਾ ਦੀ ਵਾਰ ਦਾ ਦੀਵਾਨ ਉੱਥੇ ਸਜਾਇਆ ਗਿਆ ਹੈ। ਸਿੰਘਾਂ ਨੇ ਉੱਥੋਂ ਕੁਝ ਦੂਰੀ ਤੇ ਫੌਜਾਂ ਨੂੰ ਰੋਕ ਕੇ ਰੱਖਿਆ, ਲੜਾਈ ਕੀਤੀ ਹੈ। ਇਧਰ ਹਜੂਰ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ। ਅੱਜ ਨਿਤਨੇਮ ਦੀ ਗੱਲ ਚੱਲਦੀ ਹੈ। ਅੰਮ੍ਰਿਤ ਛਕ ਲੈਂਦੇ ਆ, ਆਕਾਰ ਪਾ ਲੈਂਦੇ ਆ, ਪਰ ਜਦੋਂ ਪੁੱਛੀਏ ਨਾ ਨਿਤਨੇਮ, ਸਮਾਂ ਨਹੀਂ ਲੱਗਦਾ ਜੀ। ਰਾਤ ਨੂੰ ਥੱਕ ਜਾਈਦਾ, ਨੌਕਰੀਆਂ ਤੋਂ ਆਈਦਾ, ਨਿਤਨੇਮ ਲਈ ਸਮਾਂ ਨਹੀਂ ਨਿਕਲਦਾ। ਵਾਰੇ ਜਾਈਏ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਇੱਕ ਪਾਸੇ ਇੰਨਾ ਵੱਡਾ ਮੁਲਖਈਆ ਦੁਸ਼ਮਣ ਫੌਜ ਦਾ ਸਿਰ ਤੇ ਚੜਿਆ ਤੇ ਹਜੂਰ ਦੀਵਾਨ ਸਜਾ ਕੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਕਿ ਨਿਤਨੇਮ ਦਾ ਸਮਾਂ ਨਹੀਂ ਖੰਜਾਉਣਾ। ਨਿਤਨੇਮ ਜ਼ਰੂਰੀ ਹੈ। ਅੰਮ੍ਰਿਤ ਵੇਲੇ ਤੋਂ ਬਾਅਦ ਹਜੂਰ ਸਰਸੇ ਨਾਲੇ ਨੂੰ ਕਹਿੰਦੇ ਨੇ ਵੀ ਰਸਤਾ ਦੇ ਦੇ। ਉਹਨੇ ਰਸਤਾ ਨਹੀਂ ਦਿੱਤਾ। ਹਜੂਰ ਫੌਜਾਂ ਸਮੇਤ, ਪਰਿਵਾਰ ਸਮੇਤ ਨਾਲਾ ਪਾਰ ਕਰਦੇ ਨੇ। ਬਚਨ ਵੀ ਕਰਦੇ ਨੇ, ਸਰਸਾ ਨਾਲਿਆ ਦਿਲਾਂ ਦਾ ਕਾਲਿਆ, ਤੂੰ ਫਿਰ ਨਹੀਂ ਕਦੇ ਚੜੇਗਾ। ਤੇ ਉਸ ਤੋਂ ਬਾਅਦ ਕਦੇ ਚੜਿਆ ਵੀ ਨਹੀਂ। ਉਹ ਇੱਥੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਇੱਥੋਂ ਕਿਸੇ ਹੋਰ ਪਾਸੇ ਨੂੰ ਜਾਂਦੇ ਨੇ। ਸਤਿਗੁਰਾਂ ਦੇ ਦੋਵੇਂ ਮਹਿਲ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਦੇ ਨਾਲ ਰੋਪੜ ਕਿਸੇ ਪਰਿਵਾਰ ਦੇ ਘਰ ਵਿੱਚ ਰਾਤ ਗੁਜ਼ਾਰਦੇ ਨੇ। ਉਸ ਤੋਂ ਬਾਅਦ
ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਮਿਲਾ ਕੇ ਤਕਰੀਬਨ 40 ਤੋਂ ਉੱਪਰ ਸਿੰਘ ਨੇ। ਸਰਸਾ ਨਦੀ ਪਾਰ ਕਰਕੇ ਗੜੀ ਚਮਕੌਰ, ਗਰੀਬੂ ਨਾਮੇ ਜੱਟ ਦੀ ਗੜੀ ਉੱਥੇ ਜਾ ਪਹੁੰਚਦੇ ਨੇ। ਫੌਜਾਂ ਨੇ ਪਿੱਛਾ ਨਹੀਂ ਛੱਡਿਆ। ਦਿਨ ਦਾ ਚੜਾਅ ਹੁੰਦਾ ਹੈ। ਸਿੰਘ ਥੱਕੇ ਟੁੱਟੇ ਹਾਰੇ ਉੱਥੇ ਜਾ ਕੇ ਕਈ ਦਿਨਾਂ ਦੇ ਭੁੱਖੇ ਨੇ, ਕਿਉਂਕਿ ਰਾਸ਼ਨ ਪਾਣੀ ਰਸਦ ਸਾਰਾ ਕੁਝ ਅੰਦਰ ਸਮਾਪਤ ਹੋ ਚੁੱਕਾ ਸੀ। ਔਰ ਉੱਥੇ ਜਾ ਕੇ ਫਿਰ ਆਰਾਮ ਕਰਦੇ ਨੇ ਤੇ ਰਾਤ ਨੂੰ ਸ਼ਾਹੀ ਫੌਜ ਵੀ ਉਸ ਗੜੀ ਨੂੰ ਆ ਕੇ ਘੇਰਾ ਪਾ ਲੈਂਦੀ ਹੈ। ਫਿਰ ਅਗਲੇ ਦਿਨ ਯੁੱਧ ਦੀ ਆਰੰਭਤਾ ਹੁੰਦੀ ਹੈ। ਅੱਲਾ ਯਾਰ ਅੱਖਾਂ ਜੋਗੀ ਨੇ ਬੜਾ ਵਧੀਆ ਵਖਿਆਨ ਆਪਣੀਆਂ ਕਵਿਤਾਵਾਂ ਦੇ ਵਿੱਚ ਕੀਤਾ ਹੈ। ਉਹ ਲਿਖਦੇ ਨੇ, ਸਿੰਘ ਬੜੇ ਬੇਖਬਰ ਹੋ ਕੇ ਸੁੱਤੇ ਨੇ, ਕਈ ਦਿਨਾਂ ਦਾ ਨੀਂਦਰ ਹੈ, ਭੁੱਖੇ ਨੇ, ਪਿਆਸੇ ਨੇ, ਖਾਣ ਨੂੰ ਕੁਝ ਕੋਲ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਟਹਿਲਦੇ ਨੇ ਉਹਨਾਂ ਸਿੰਘਾਂ ਦੇ ਵਿੱਚ, ਉਹਨਾਂ ਦੀਆਂ ਦਸਤਾਰਾਂ ਸੰਭਾਲਦੇ ਨੇ। ਕਿਸੇ ਨੂੰ 5 ਹਜ਼ਾਰੀ ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ 10 ਹਜ਼ਾਰੀ ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ 20 ਹਜ਼ਾਰੀ ਕਹਿੰਦੇ ਨੇ। ਸਿਰ ਪਲੋਸਦੇ ਨੇ ਔਰ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਵੀ ਕੱਲ ਤੱਕ ਇਹਨਾਂ ਨੇ ਵੀ ਮੇਰੇ ਕੋਲ ਨਹੀਂ ਰਹਿਣਾ। ਇਹ ਸਿੰਘ ਜਿਨ੍ਹਾਂ ਨੇ ਭੁੱਖਾਂ ਪਿਆਸਾਂ ਨੀਂਦਰੇ ਝੱਲੇ ਨੇ ਤੇ ਕੱਲ ਤੱਕ ਇਹ ਵੀ ਮੇਰੇ ਕੋਲ ਨਹੀਂ ਰਹਿਣਗੇ। ਪਤਾ ਸੀ ਹਜ਼ੂਰ ਨੂੰ। ਔਰ ਅਗਲੇ ਦਿਨ ਫਿਰ ਯੁੱਧ ਦੀ ਆਰੰਭਤਾ ਹੁੰਦੀ ਹੈ। 5-5 ਸਿੰਘਾਂ ਦੇ ਜਥੇ ਗੜੀ ਚਮਕੌਰ ਚੋਂ ਨਿਕਲ ਕੇ 10 ਲੱਖ ਮਲਖਈਆ ਹੈ ਦੁਸ਼ਮਣ ਦਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰਣਨ ਜ਼ਫਰਨਾਮੇ ਦੇ ਵਿੱਚ 10 ਲੱਖ ਲਿਖਿਆ ਹੈ। ਜਿਹੜੀ ਜਿੱਤ ਦੀ ਚਿੱਠੀ ਹਜ਼ੂਰ ਨੇ ਔਰੰਗਜ਼ੇਬ ਨੂੰ ਭੇਜੀ ਸੀ, ਖਵਾਜਾ ਖਿਜਰ, ਨਾ ਖਾਰ, ਦੀਨਾ ਬੇਗ ਵਰਗੇ ਵੱਡੇ ਵੱਡੇ ਜਰਨੈਲ, ਸੂਬਾ ਸਰਹੰਦ ਜਿਹਨੂੰ ਵਜੀਦ ਖਾਂ ਕਹਿੰਦੇ ਨੇ, ਇਹ ਸਾਰੇ ਗੜੀ ਚਮਕੌਰ ਵਿੱਚ ਫੌਜ ਲੈ ਕੇ ਪਹੁੰਚੇ ਹੋਏ। ਤਖਈਆ ਕੀਤਾ ਵਜੀਦ ਖਾਨ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਜਾਂ ਮੁਰਦੇ ਫੜ ਕੇ ਲੈ ਕੇ ਜਾਣਾ ਹੈ। 5-5 ਸਿੰਘਾਂ ਦੇ ਜਥੇ ਜਾਂਦੇ ਨੇ, ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਅਖੀਰ ਫਿਰ ਸਾਹਿਬਜ਼ਾਦਿਆਂ ਦੀ ਵਾਰੀ ਵੀ ਆਉਂਦੀ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 17 ਸਾਲ ਦੀ ਉਮਰ ਹੈ ਕੇਵਲ। 17 ਸਾਲਾਂ ਦੀ ਉਮਰ ਦੇ ਵਿੱਚ ਯੁੱਧ ਲੜਨ ਵਾਸਤੇ ਜਾਂਦੇ ਨੇ। ਹਜ਼ੂਰ ਆਪ ਤੀਰਾਂ ਦੀ ਛਾਂ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਮੈਦਾਨ ਵਿੱਚ ਭੇਜਦੇ ਨੇ। ਬਹੁਤਿਆਂ ਵਿਦਵਾਨਾਂ ਨੇ 392 ਫੱਟ ਲਿਖੇ ਨੇ ਇਹ ਉਹਨਾਂ ਦੇ ਸਰੀਰ ਤੇ ਲੱਗੇ ਸੀ। ਪਰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ 500 ਕਿਹਾ ਕਰਦੇ ਸਨ। 500 ਫੱਟ ਕਹਿੰਦੇ ਉਹਨਾਂ ਦੇ ਸਰੀਰ ਤੇ ਲੱਗਾ ਸੀ।
ਤੀਰਾਂ ਦਾ, ਤਲਵਾਰਾਂ ਦਾ, ਬਰਸ਼ੀਆਂ ਦਾ। ਤੁਸੀਂ ਇਹ ਸੋਚੋ ਵੀ ਕਿੰਨਾ ਕੁ ਵੱਡਾ ਉਹ ਯੋਧਾ ਹੋਵੇਗਾ ਜਿਹਦੇ ਸਰੀਰ ਤੇ 500 ਫੱਟ ਲੱਗਦਾ ਹੈ ਤੇ ਫਿਰ ਸ਼ਹੀਦ ਹੁੰਦਾ ਹੈ। ਤਲਵਾਰ ਨਾਲ ਯੁੱਧ ਲੜਦੇ ਨੇ, ਤਲਵਾਰ ਟੁੱਟ ਜਾਂਦੀ ਹੈ। ਤੀਰ ਕਮਾਨਾਂ ਨਾਲ ਲੜਦੇ ਨੇ, ਤੀਰ ਕਮਾਨ ਮੁੱਕ ਜਾਂਦੇ ਨੇ। ਅਖੀਰ ਨੂੰ ਫਿਰ ਆਪਣੇ ਖੰਜਰ ਦੇ ਨਾਲ ਖੰਜਰ ਦਾ ਮੁੱਠਾ ਟੁੱਟ ਜਾਂਦਾ ਹੈ। ਫਿਰ ਬਰਛੇ ਦੇ ਨਾਲ ਬਰਛਾ ਵੀ ਟੁੱਟ ਜਾਂਦਾ ਹੈ। ਇੰਨਾ ਮਹਾਨ ਯੋਧਾ ਸੀ ਬਾਬਾ ਅਜੀਤ ਸਿੰਘ। ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ। अगर जीता ना गया तो जीता हुआ वापस नहीं आऊंगा। 500 फट शरीर ते बाबा अजीत सिंह दे लगदे ने ते शहादत दा जाम पींदे ने। कलगीधर गुरु गोबिंद सिंह महाराज गढ़ी दी ममटी विच बैठे वेख रहे ने। और जदों शहादत दा जाम पींदे ने हजूर जयकारा लाउंदे ने, शाबाश पिसर बाखूबी लड़े हो, क्यों ना गोबिंद के फरजंद बड़े हो। दुनिया दा पहला प्यो होवेगा ते आखिरी होवेगा गुरु गोबिंद सिंह, जो अपने पुत्रां दे कतल होण ते जयकारे लाउंदा है। दुनिया दा इतिहास पढ़ के वेख लो, हजरत मुहम्मद इस्लाम दे पैगंबर बानी ने हसन ते हुसैन दो दोते करबले दी जंग विच शहीद हुंदे ने ते मुहम्मद दो हथड़े मार के रोंदा है। 14 साल ਦਾ ਬਨਵਾਸ ਭਗਵਾਨ ਰਾਮ ਨੂੰ ਮਿਲਦਾ ਹੈ। ਅਯੁੱਧਿਆ ਦੇ ਵਿੱਚੋਂ ਆਪਣੇ ਮਹਿਲਾਂ ਤੋਂ ਓਲੇ ਹੋ ਜਾਂਦਾ ਤੇ ਦਸ਼ਰਥ ਉਹਨਾਂ ਦਾ ਬਾਪ ਮਹਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੰਦਾ, ਜੇ ਪਤਾ ਹੈ ਵੀ ਪੁੱਤ ਨੇ 14 ਸਾਲਾਂ ਬਾਅਦ ਵਾਪਸ ਆ ਜਾਣਾ ਹੈ। ਰਾਣੀ ਇਛਰਾ भगत बन गया पुत्र पूरन, फिर भी पता है भगत बन के दुनिया च विचरदा है। रो रो के अखा तवन्नी हो के शरीर छड़ दिता है पुत्र दे वियोग दे विच। पर धन ने कलगीधर गुरु गोबिंद सिंह महाराज, वारे जाइए कुर्बान जाइए, ऐसा बाप दुनिया च नहीं मिलना। पुत्र शहीद होंदे ने ते जयकारे लाउंदे ने। दूसरे छोटे साहिबजादे बाबा जुझार सिंह चलदे ने। वड्डे भरा नालों कद विच कुछ छोटे ने। दस्तार दे उपर ना एक होर दस्तार सजा के आउंदे ने कि पिता जी कह ना देण भी पुत्र तू अजे छोटा है। ਉਹਨਾਂ ਨੂੰ ਵੀ ਹਜੂਰ ਤੀਰਾਂ ਦੀ ਛਾਂ ਕਰਕੇ ਮੈਦਾਨ ਵਿੱਚ ਭੇਜਦੇ ਨੇ ਔਰ ਉਹ ਵੀ ਸ਼ਹਾਦਤ ਦਾ ਜਾਮ ਮੈਦਾਨੇ ਜੰਗ ਦੇ ਵਿੱਚ ਲੜ ਕੇ ਪ੍ਰਾਪਤ ਕਰਦੇ ਨੇ। 5-5 ਕਿਲੋਮੀਟਰ ਗੜੀ ਤੋਂ संत बाबा गुरबचन सिंह दसिया करते सन भी इत्थों तक साहिबजादे लड़ के गए ने 5-5 किलोमीटर तक का जथा लैके हर साल ही जथा संगत चमकौर साहिब जाया करती सी ते महापुरख सैर करन जाया करते सन जथे नूं लैके ते उत्थे जाके उन्होंने बह जाना ते कहिंदे हुंदे सी भी इत्थे साहिबजादा अजीत सिंह शहीद होया, इत्थों तक वो लड़दा आया है।
10 ਲੱਖ ਮੁਲਕ ਖਈਏ ਦੇ ਵਿੱਚ 5 ਕਿਲੋਮੀਟਰ ਤੱਕ ਉਹ ਲੜਦਾ ਬਾਹਰ ਨਿਕਲਿਆ। ਇੰਨੇ ਵੱਡੇ ਕਲਗੀਧਰ ਦੇ ਫਰਜ਼ੰਦ ਸਨ ਜਿਨ੍ਹਾਂ ਨੇ ਗੜੀ ਚਮਕੌਰ ਦਾ ਯੁੱਧ ਲੜਿਆ ਹੈ ਔਰ ਸ਼ਹਾਦਤਾਂ ਦਾ ਜਾਮ ਉਹਨਾਂ ਨੇ ਪੀਤਾ ਹੈ। ਉਹਨਾਂ ਦੀਆਂ ਨਿੱਘੀਆਂ ਮਿੱਠੀਆਂ ਯਾਦਾਂ ਨੂੰ ਆਪਾਂ ਸਾਰੇ ਮਨਾ ਰਹੇ ਹਾਂ। ਜਿੱਥੇ ਉਹਨਾਂ ਤੋਂ ਇਲਾਵਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸ਼ਹਾਦਤ ਦਾ ਜਾਮ ਪੀਤੇ ਨੇ, ਉਹਨਾਂ ਵਿੱਚ ਇੱਕ ਪੰਡਤ ਕਿਰਪਾ ਰਾਮ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਨਾਂ ਇਤਿਹਾਸ ਵਿੱਚ ਉਹਨਾਂ ਦਾ ਕਿਰਪਾ ਸਿੰਘ ਆਉਂਦਾ ਹੈ। ਜਦੋਂ ਅੰਮ੍ਰਿਤ ਛਕ ਲਿਆ ਕਿਰਪਾ ਸਿੰਘ ਬਣ ਗਏ। ਉਹ ਕਿਰਪਾ ਰਾਮ ਪੰਡਤ ਸੀ ਜੋ 500 ਬ੍ਰਾਹਮਣਾਂ ਦਾ ਜਥਾ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਆਪਣੇ ਧਰਮ ਦੀ ਬੌੜੀ ਵਾਸਤੇ ਆਇਆ ਸੀ। ਅਮਰਨਾਥ ਦੀ ਗੁਫਾ ਦਾ ਮੁੱਖ ਪੁਜਾਰੀ ਸੀ, ਜਿੱਥੇ ਭਗਵਾਨ ਸ਼ਿਵ ਜੀ ਨੇ ਅਮਰ ਹੋਣ ਦੀ ਕਥਾ ਸੁਣਾਈ ਸੀ, ਜਿਹੜੀ ਸ੍ਰੀਨਗਰ ਦੇ ਅੰਦਰ ਹੈ। ਉਸ ਗੁਫਾ ਦੇ ਪੁਜਾਰੀ ਦਾ ਹਿੰਦੂ ਸਮਾਜ ਵਿੱਚ ਇੰਨਾ ਵੱਡਾ ਦਰਜਾ ਸੀ ਜਿੰਨਾ ਸਾਡੇ ਸਿੱਖ ਸਮਾਜ ਦੇ ਅੰਦਰ, ਪੰਥ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁੰਦਾ ਹੈ। ਇੰਨਾ ਵੱਡਾ ਰੁਤਬਾ ਪੰਡਤ ਕਿਰਪਾ ਰਾਮ ਦਾ ਸੀ। ਔਰ ਉਹਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਸਾਡੇ ਧਰਮ ਬਦਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਮੈਂ ਵੀ ਸ਼ਹਾਦਤ ਦਾ ਜਾਮ ਪੀਵਾਂ। ਉਹ ਸਿੰਘ ਸਜਿਆ, ਕਿਰਪਾ ਸਿੰਘ ਬਣਿਆ ਤੇ ਉਹਨਾਂ 40 ਸਿੰਘਾਂ ਦੇ ਵਿੱਚ ਗੜੀ ਚਮਕੌਰ ਦੇ ਵਿੱਚ ਉਹਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਸੋ ਐਸੇ ਬਹੁਤ ਸਾਰੇ ਯੋਧੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਜਿਨ੍ਹਾਂ ਨੇ ਗੜੀ ਚਮਕੌਰ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ ਨੇ। 5 ਪਿਆਰਿਆਂ ਦੇ ਵਿੱਚੋਂ 3 ਪਿਆਰਿਆਂ ਨੇ ਵੀ ਇੱਥੇ ਸ਼ਹਾਦਤ ਦਾ ਜਾਮ ਪੀਤਾ। ਔਰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਪਣਾ ਕਲਗੀ ਤੋੜਾ, ਆਪਣਾ ਚੋੜਾ ਭਾਈ ਸੰਗਤ ਸਿੰਘ ਨੂੰ ਦੇ ਕੇ ਉਹਨਾਂ ਦੀ ਸ਼ਕਲ ਮਿਲਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਉਹਨਾਂ ਨੂੰ ਦੇ ਕੇ ਸਿੰਘਾਂ ਦੇ ਕਹਿਣ ਤੇ ਜੋ 5 ਪਿਆਰਿਆਂ ਦੇ ਰੂਪ ਵਿੱਚ ਹੋ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ, ਮਹਾਰਾਜ ਤੁਸੀਂ ਗੜੀ ਚਮਕੌਰ ਛੱਡ ਕੇ ਜਾਓ, ਇਹ ਪੰਥ ਦਾ ਹੁਕਮ ਹੈ। ਤੁਸੀਂ ਹੋਵੋਗੇ, ਪੰਥ ਸਜੇਗਾ, ਸਿੰਘ ਸੱਜਣਗੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਤਾੜੀ ਮਾਰ ਕੇ ਉੱਥੋਂ ਚੱਲੇ ਸੀ ਔਰ ਫਾਰਸੀ ਦਾ ਸ਼ਬਦ ਉਹਨਾਂ ਨੇ ਕਿਹਾ ਸੀ, ਪੀਰ ਹਿੰਦ ਮੇਰਵੰਦ, ਕਿ ਹਿੰਦੂਆਂ ਦਾ ਪੀਰ ਗੁਰੂ ਗੋਬਿੰਦ ਸਿੰਘ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੈਗੀ ਤੇ ਰੋਕ ਲਓ। ਇੰਨਾ ਕਹਿ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਚਮਕੌਰ ਵਿੱਚੋਂ ਬਾਹਰ ਨਿਕਲਦੇ ਨੇ। ਫਿਰ ਅੱਗੇ ਹੌਲੀ ਹੌਲੀ ਕਈ ਪਿੰਡਾਂ ਚੋਂ ਹੁੰਦੇ ਹੋਏ ਹਜੂਰ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ। ਇਵੇਂ ਕਰਕੇ ਫਿਰ ਅੱਗੇ ਬੜਾ ਲੰਬਾ ਸਫ਼ਰ ਹਜੂਰ ਤੈਅ ਕਰਦੇ ਨੇ। ਇੱਧਰ ਸਾਹਿਬਜ਼ਾਦੇ ਕੰਮੋ ਮਾਸ਼ਕੀ ਦੇ ਕੋਲ ਪਹੁੰਚਦੇ ਨੇ। ਅੱਗੋਂ ਕਿਵੇਂ ਕਿਵੇਂ ਉਹ ਵੀ ਸ਼ਹਾਦਤ ਜਾਮ ਤੱਕ ਪਹੁੰਚਦੇ ਨੇ। ਮਹਾਂਪੁਰਸ਼ ਸਤਿਕਾਰਯੋਗ ਸੰਤ ਬਾਬਾ ਕੁਲਜੀਤ ਸਿੰਘ ਜੀ ਅਗਲੀ ਵਿਚਾਰ ਆਪ ਜੀ ਨੂੰ ਸਰਵਨ ਕਰਾਉਣਗੇ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਗੁਰੂ ਕੀ ਸੰਗਤ ਬਖਸ਼ਣ ਯੋਗ ਨੇ, ਸਾਰੇ ਬਖਸ਼ ਲੈਣਾ ਜੀ। ਔਰ ਸਤਿਗੁਰ ਨੇ ਇੱਕ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰ ਸਮਾਗਮ ਤੇ ਹੀ ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਅਰਦਾਸ ਕਰਦੇ ਸੀ ਵੀ ਸਤਿਗੁਰੂ ਕਿਰਪਾ ਕਰੋ, ਜੋ ਸਰਕਾਰਾਂ ਨੇ 3 ਕਾਨੂੰਨ, ਕਾਲੇ ਕਾਨੂੰਨ ਖੇਤੀ ਵਾਸਤੇ ਬਣਾਏ ਨੇ, ਤੁਸੀਂ ਕਿਰਪਾ ਕਰਕੇ ਸਰਕਾਰਾਂ ਨੂੰ ਸਮੱਥ ਬੁੱਧੀ ਦਿਓ, ਉਹ ਕਾਨੂੰਨ ਸਰਕਾਰਾਂ ਵਾਪਸ ਲੈ ਲੈਣ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਰਹਿਮਤ ਕੀਤੀ ਹੈ।
ਉਹਨਾਂ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਉਹ ਕਾਨੂੰਨ ਵਾਪਸ ਲਏ ਨੇ। ਪਾਰਲੀਮੈਂਟ ਨੇ, ਰਾਸ਼ਟਰਪਤੀ ਨੇ ਉਹਨਾਂ ਨੂੰ ਪਾਸ ਕੀਤਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਜਿਹੜੀਆਂ ਕਿਸਾਨਾਂ ਦੀਆਂ 6 ਮੰਗਾਂ ਸੀ ਬਾਕੀ ਰਹਿੰਦੀਆਂ, ਉਹ ਵੀ ਸਰਕਾਰ ਨੇ ਮੰਨ ਲਈਆਂ ਨੇ। ਇਹ ਬੜੀ ਵੱਡੀ ਕਿਰਪਾ ਹੈ ਸਤਿਗੁਰਾਂ ਦੀ। ਹਰ ਸਥਾਨਾਂ ਤੇ, ਮਹਾਂਪੁਰਖਾਂ ਦੇ ਸਥਾਨਾਂ ਤੇ ਅਰਦਾਸਾਂ ਹੁੰਦੀਆਂ ਰਹੀਆਂ, ਅਖੰਡ ਪਾਠ ਸਾਹਿਬ ਹੁੰਦੇ ਰਹੇ, ਜਪ ਤਪ ਚੱਲਦੇ ਰਹੇ। ਸਮਾਂ ਤੇ ਲੱਗਦਾ ਹੈ, ਗੁਰੂ ਘਰ ਅੰਧੇਰ ਨਹੀਂ, ਦੇਰ ਜ਼ਰੂਰ ਹੈ। ਪਰ ਕੁਝ ਲੋਕ ਇਹਨਾਂ ਗੱਲਾਂ ਨੂੰ ਨੈਗੇਟਿਵਿਟੀ ਵੱਲ ਵੀ ਲੈ ਕੇ ਜਾਂਦੇ ਰਹੇ ਵੀ ਜੇ ਬਾਬਿਆਂ ਕੋ, ਮਹਾਂਪੁਰਖਾਂ ਕੋ ਸ਼ਕਤੀਆਂ ਵਿਖਾਉਣ, ਕਾਲੇ ਬਿੱਲ ਮਾਫ ਕਰਾਉਣ, ਉਹ ਕਰਾਉਣ, ਬੜਾ ਕੁਝ ਹੁੰਦਾ ਰਿਹਾ। ਆਪਾਂ ਸਟੇਜਾਂ ਤੇ, ਮਲਟੀਮੀਡੀਆ ਤੇ ਸੁਣਦੇ ਰਹੇ। 72 ਸਾਲ ਬਾਅਦ ਕਰਤਾਰਪੁਰ ਦਾ ਲਾਂਘਾ ਖੁੱਲਿਆ। ਹਰ ਮਹੀਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਥਾ ਲੈ ਕੇ ਜਾਂਦੇ ਸੀ ਅਰਦਾਸ ਕਰਨ, ਡੇਰਾ ਬਾਬਾ ਨਾਨਕ, ਔਰ ਅਰਦਾਸ ਕਰਕੇ ਆਉਂਦੇ ਰਹੇ। ਸਾਲ ਬਾਅਦ ਉੱਥੇ ਸਮਾਗਮ ਰੱਖਣਾ। ਬੜੇ ਲੋਕ ਉਹਨਾਂ ਨੂੰ ਕਹਿੰਦੇ ਰਹੇ ਜਿਨ੍ਹਾਂ ਦੀ ਨਾਸਤਿਕ ਸੋਚ ਹੁੰਦੀ ਹੈ ਨਾ, ਤੁਸੀਂ ਅਰਦਾਸਾਂ ਕਰਨ ਜਾਂਦੇ ਹੋ, ਸਰਕਾਰਾਂ ਨੇ ਕਿਹੜਾ ਮੰਨਣਾ ਹੈ। ਪਰ ਅਖੀਰ ਗੁਰੂ ਨਾਨਕ ਸਾਹਿਬ ਮਹਾਰਾਜ ਸਮਾਂ ਲੈ ਕੇ ਆਏ ਤੇ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ। ਉਹਨਾਂ ਦੀਆਂ ਕੀਤੀਆਂ ਅਰਦਾਸਾਂ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕਰ ਲਈਆਂ। ਅਰਦਾਸ ਸਿੱਖ ਦਾ ਜੀਵਨ ਹੈ। ਸਿੱਖ ਦਾ ਜੀਵਨ ਹੀ ਅਰਦਾਸ ਤੋਂ ਸ਼ੁਰੂ ਹੁੰਦਾ ਹੈ ਤੇ ਅਰਦਾਸ ਤੇ ਸਮਾਪਤ ਹੋ ਜਾਂਦਾ ਹੈ। ਪਰ ਸਾਡੀ ਭਾਵਨਾ ਹੋਣੀ ਚਾਹੀਦੀ ਜ਼ਰੂਰ, ਜਿਵੇਂ ਹੁਣ ਸਾਰੇ ਅਰਦਾਸਾਂ ਕਰਦੇ ਰਹੇ ਵੀ ਪਤਾ ਹੈ ਸਰਕਾਰ ਨੂੰ ਇੱਕ ਦਿਨ ਮਜਬੂਰ ਹੋਣਾ ਪਵੇਗਾ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ, ਤੇ ਮਜਬੂਰ ਹੋ ਗਏ। ਇਸ ਕਰਕੇ ਮਹਾਂਪੁਰਸ਼ਾਂ ਵੱਲੋਂ, ਦਾਸ ਵੱਲੋਂ ਸਾਰੇ ਕਿਸਾਨ ਭਾਈਚਾਰੇ ਨੂੰ, ਕੌਮ ਨੂੰ, ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਾਲੇ ਕਾਨੂੰਨ ਵਾਪਸ ਹੋਏ ਨੇ। ਅੱਜ ਸਾਰੇ ਕਿਸਾਨ ਵੀਰ ਉੱਥੋਂ ਇੱਕ ਜਿੱਤ ਦੇ ਕਾਫਲੇ ਦੇ ਰੂਪ ਵਿੱਚ ਪੰਜਾਬ ਨੂੰ ਵਾਪਸ ਆ ਰਹੇ ਨੇ। ਇੱਕ ਵਾਰ ਮੈਂ ਬਚਨ ਸੁਣਿਆ ਸੀ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ, ਜਿਹੜੇ ਸ਼ੇਰ ਮੁਹੰਮਦ ਖਾਨ ਦੀ ਅੰਸ਼ ਵੰਸ਼ ਵਿੱਚੋਂ, ਜਿਨ੍ਹਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ ਸਾਹਿਬਜ਼ਾਦਿਆਂ ਲਈ। ਉਹਨਾਂ ਨੇ ਬੜੀ ਵਧੀਆ ਗੱਲ ਕਹੀ। ਕਹਿੰਦੇ ਪੰਜਾਬ ਨੂੰ ਖਤਮ ਕਰਨ ਵਾਸਤੇ ਬੜੀਆਂ ਤਾਕਤਾਂ ਲੱਗੀਆਂ ਨੇ, ਬੜਾ ਜ਼ੋਰ ਹੈ, ਪਰ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬ ਤੇ ਆਬੇ ਹਜਾਤ ਦਾ ਛੱਟਾ ਦੇ ਕੇ ਗਏ ਨੇ। ਇਹ ਸਦਾ ਚੜ੍ਹਦੀ ਕਲਾ 'ਚ ਰਹਿ ਗਏ, ਇਹਨਾਂ ਨੂੰ ਕੋਈ ਥੱਲੇ ਨਹੀਂ ਲਾ ਸਕੇਗਾ। ਤੇ ਉਹ ਗੱਲ ਅੱਜ ਸਾਰੀ ਦੁਨੀਆ ਦੇ ਸਾਹਮਣੇ ਆ ਗਈ। ਤੇ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦਾ ਬਚਨ ਸੀ, ਉਹਨਾਂ ਨੇ ਕਦੀ ਲਾਲ ਕਿਲਾ ਨਹੀਂ ਸੀ ਵੇਖਿਆ। ਜਦੋਂ ਦਿੱਲੀ ਉਹ ਪ੍ਰਚਾਰ ਤੇ ਗਏ ਨਾ, ਸਿੰਘਾਂ ਨੇ ਆਖਿਆ ਮਹਾਂਪੁਰਖੋ ਇਹ ਲਾਲ ਕਿਲਾ ਹੈ ਦਿੱਲੀ ਦਾ, ਜਿੱਥੇ 19 ਵਾਰ ਕੌਮ ਦੇ ਯੋਧਿਆਂ ਨੇ ਨਿਸ਼ਾਨ ਸਾਹਿਬ ਚੜਾਇਆ ਹੈ ਦਿੱਲੀ ਨੂੰ ਜਿੱਤ ਕੇ। ਤੇ ਮਹਾਂਪੁਰਖ ਕਹਿੰਦੇ ਇੱਕ ਵਾਰੀ ਫਿਰ ਇੱਥੇ ਪੰਥ ਦਾ ਝੰਡਾ ਚੜੇਗਾ, ਔਰ ਜਿੱਦਣ ਚੜੇਗਾ ਸਾਰੀ ਦੁਨੀਆ ਹੀ ਵੇਖੇਗੀ। ਤੇ ਉਹੀ ਗੱਲ 26 ਜਨਵਰੀ ਨੂੰ ਕੌਮ ਦਾ ਨਿਸ਼ਾਨ ਉਸ ਲਾਲ ਕਿਲੇ ਤੇ ਚੜਿਆ, ਸਾਰੀ ਦੁਨੀਆ ਨੇ ਵੇਖਿਆ। ਇਹ ਮਹਾਂਪੁਰਖਾਂ ਦੇ ਬਚਨ ਸਨ ਜੋ ਸਾਰਥਕ ਹੋਏ ਨੇ, ਪੂਰੇ ਹੋਏ ਨੇ। ਸੋ ਸਤਿਗੁਰ ਕਿਰਪਾ ਕਰਨ ਅੱਗੇ ਵਾਸਤੇ ਵੀ ਕੌਮ ਨੂੰ, ਪੰਥ ਨੂੰ, ਪੰਜਾਬੀਅਤ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਦੀ। ਆਓ ਮਹਾਂਪੁਰਸ਼ਾਂ ਪਾਸੋਂ ਕਥਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।